ਅੱਜ ਅਸੀਂ ਗੱਲ ਕਰਾਂਗੇ ਰਿਚਰਡ ਕੋਚ ਦੀ ਮਸ਼ਹੂਰ ਕਿਤਾਬ ਦ 80-20 ਪ੍ਰਿੰਸੀਪਲ ਦੇ ਬਾਰੇ। ਇਸੇ 80-20 ਪ੍ਰਿੰਸੀਪਲ ਜਾਂ ਕਿ ਨਿਯਮ ਨੂੰ ਪੈਰੀਟੋ ਪ੍ਰਿੰਸੀਪਲ ਵੀ ਕਿਹਾ ਜਾਂਦਾ ਹੈ। 80-20 ਪ੍ਰਿੰਸੀਪਲ ਦੀ ਖੋਜ ਇੱਕ ਇਟਾਲੀਅਨ ਇਕੋਨੋਮਿਸਟ ਜਾਂ ਕਿ ਅਰਥਸ਼ਾਸਤਰੀ ਵਿਲਫਰੈਡੋ ਪੈਰੀਟੋ ਨੇ 1906 ਵਿੱਚ ਕੀਤੀ। ਪੈਰੀਟੋ ਨੇ ਵੇਖਿਆ ਕਿ ਉਸ ਸਮੇਂ ਇਟਲੀ ਦੀ 80% ਸੰਪत्ति ਸਿਰਫ 20% ਧਨਾੜ ਲੋਕਾਂ ਦੇ ਕੋਲ ਸੀਗੀ, ਜਿਸ ਵਿੱਚ ਉਸਨੂੰ ਇੱਕ ਪੈਟਰਨ ਨਜ਼ਰ ਆਇਆ। ਉਸ ਤੋਂ ਬਾਅਦ ਉਸਨੇ ਦੇਖਿਆ ਕਿ ਉਸਦੇ ਮਟਰਾਂ ਦੇ ਖੇਤਾਂ ਵਿੱਚੋਂ ਸਿਰਫ 20% ਮਟਰਾਂ ਵਿੱਚੋਂ 80% ਚੰਗੇ ਦਾਣੇ ਨਿਕਲਦੇ ਸਨ। ਰਿਚਰਡ ਕੋਚ ਦੇ ਮੁਤਾਬਿਕ ਇਸ ਪ੍ਰਿੰਸੀਪਲ ਜਾਂ ਨਿਯਮ ਨੂੰ ਜੇਕਰ ਅਸੀਂ ਚੰਗੀ ਤਰ੍ਹਾਂ ਸਮਝ ਲਈਏ ਤੇ ਅਸੀਂ ਘੱਟ ਕੰਮ ਨਾਲ ਵੀ ਜ਼ਿਆਦਾ ਨਤੀਜੇ ਪ੍ਰਾਪਤ ਕਰ ਸਕਦੇ ਹਾਂ। ਜੇਕਰ ਤੁਸੀਂ ਆਪਣੇ ਇਸ ਮੋਬਾਈਲ ਵਿੱਚ ਮੌਜੂਦ ਐਪਸ ਦਾ ਹੀ ਉਦਾਹਰਣ ਲੈ ਲਵੋ ਤੇ ਤੁਸੀਂ ਇਹ ਮਹਿਸੂਸ ਕਰੋਗੇ ਕਿ ਤੁਸੀਂ ਅਕਸਰ ਇਹ ਸਾਰੇ ਦੇ ਸਾਰੇ ਐਪਸ ਨੂੰ ਇਸਤੇਮਾਲ ਨਹੀਂ ਕਰਦੇ ਹੋ। ਹੋਰ ਸੰਭਾਵਨਾ ਇਹ ਹੈ ਕਿ ਤੁਸੀਂ ਸਿਰਫ 20% ਐਪਸ ਨੂੰ 80% ਵਾਰੀ ਇਸਤੇਮਾਲ ਵਿੱਚ ਲਿਆਂਦੇ ਹੋ। ਇਹੀ ਹਾਲ ਸਾਡੇ ਕੰਟੈਕਟ ਲਿਸਟ ਜਾਂ ਦੋਸਤਾਂ ਰਿਸ਼ਤੇਦਾਰਾਂ ਦੇ ਨੰਬਰਾਂ ਦੇ ਨਾਲ ਵੀ ਹੈ। ਇਸ ਨਿਯਮ ਨੂੰ ਨੰਬਰਾਂ ਦੇ ਪੱਖੋਂ ਨਾ ਵੇਖੀਏ, ਬਲਕਿ ਇੱਕ ਸੰਕੇਤਕ ਰੁਝਾਨ ਜਾਂ ਕਿ ਇੱਕ ਸਟੈਟਿਸਟੀਕਲ ਆਬਜ਼ਰਵੇਸ਼ਨ ਦੇ ਪੱਖੋਂ ਸਮਝੀਏ। ਇਹ ਨਿਯਮ ਵੱਖੋ ਵੱਖਰੇ ਹਾਲਾਤਾਂ ਵਿੱਚ 70-30 ਵੀ ਹੋ ਸਕਦੇ ਹਨ ਔਰ 10-90 ਵੀ ਹੋ ਸਕਦੇ ਹਨ। ਆਪਣੀ ਫੇਸਬੁੱਕ ਦੀ ਫਰੈਂਡ ਲਿਸਟ ਵੱਲ ਜੇਕਰ ਅਸੀਂ ਨਜ਼ਰ ਪਾਈਏ ਤੇ ਤੁਹਾਨੂੰ ਇਹ ਮਹਿਸੂਸ ਹੋਵੇਗਾ ਕਿ ਅਸੀਂ ਸਿਰਫ 20% ਮਿੱਤਰਾਂ ਨਾਲ 80% ਵਾਰੀ ਵਿਚਾਰਾਂ ਦੀ ਸਾਂਝ ਕਰਦੇ ਹਾਂ। ਆਪਣੇ ਜੀਵਨ ਵਿੱਚ ਪ੍ਰੋਡਕਟਿਵਿਟੀ ਜਾਂ ਕਿ ਕੁਸ਼ਲ ਉਤਪਾਦਕਤਾ ਨੂੰ ਪ੍ਰਾਪਤ ਕਰਨ ਲਈ ਸਾਨੂੰ ਆਪਣੇ ਜੀਵਨ ਵਿੱਚ 80-20 ਦੇ ਨਿਯਮ ਨੂੰ ਵਿਚਾਰਨਾ ਸਹਾਇਕ ਹੋ ਸਕਦਾ ਹੈ। ਇੱਕ ਲੇਖਕ ਜਦੋਂ ਕਿਤਾਬ ਲਿਖਦਾ ਹੈ ਔਰ ਕਿਸੇ ਪਬਲਿਸ਼ਰ ਜਾਂ ਪ੍ਰਕਾਸ਼ਕ ਕੋਲ ਛਪਵਾਉਂਦਾ ਹੈ, ਉਹ ਇਹ ਮਹਿਸੂਸ ਕਰੇਗਾ ਕਿ ਉਸ ਕਿਤਾਬ ਨੂੰ ਖਰੀਦਣ ਵਾਲਿਆਂ ਚੋਂ ਸਿਰਫ 20% ਲੋਕ ਹੀ ਉਸ ਕਿਤਾਬ ਨੂੰ ਸ਼ਿੱਦਤ ਨਾਲ ਪੜ੍ਹਦੇ ਹਨ ਤੇ ਬਾਕੀ ਦੇ 80% ਉਸ ਨੂੰ ਸਿਰਫ ਲਾਇਬ੍ਰੇਰੀ ਜਾਂ ਕਿ ਪੁਸਤਕਾਲੇ ਦੀ ਸਜਾਵਟ ਹੀ ਬਣਾਉਂਦੇ ਹਨ। ਸਾਨੂੰ ਸਾਰਿਆਂ ਨੂੰ ਇਹ ਲੱਗਦਾ ਹੈ ਕਿ ਸਾਡੀ ਜ਼ਿਆਦਾ ਮਿਹਨਤ ਸਾਨੂੰ ਜ਼ਿਆਦਾ ਵੱਡੇ ਰਿਜ਼ਲਟ ਜਾਂ ਪਰਿਣਾਮ ਤੱਕ ਲਿਜਾਉਂਦੀ ਹੈ, ਜਦੋਂ ਕਿ 80-20 ਦੇ ਨਿਯਮ ਨੂੰ ਜੇਕਰ ਅਸੀਂ ਚੰਗੀ ਤਰ੍ਹਾਂ ਸਮਝੀਏ ਤੇ ਇਹੀ ਵਿਚਾਰ ਅੱਜ ਕੱਲ੍ਹ ਦੀ ਭਾਸ਼ਾ ਦੇ ਵਿੱਚ ਹਾਰਡ ਵਰਕ ਔਰ ਸਮਾਰਟ ਵਰਕ ਦੇ ਅਖਾਣ ਨਾਲ ਦਰਸਾਇਆ ਜਾਂਦਾ ਹੈ। ਅਕਸਰ ਅਸੀਂ ਲੋਕ 80% ਵਾਰੀ ਆਪਣੀ ਅਲਮਾਰੀ ਵਿੱਚੋਂ ਉਹੀ 20% ਕੱਪੜਿਆਂ ਦਾ ਇਸਤੇਮਾਲ ਕਰਦੇ ਹਾਂ ਜਿਹੜੇ ਸਾਨੂੰ ਪਸੰਦ ਹੁੰਦੇ ਹਨ। 20% ਸੜਕਾਂ ਉੱਤੇ 80% ਟ੍ਰੈਫਿਕ ਜਾਂ ਕਿ ਆਵਾਜਾਈ ਹੁੰਦੀ ਹੈ। 20% ਅਦਾਕਾਰਾਂ ਨੂੰ 80% ਫਿਲਮਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਦਾ ਹੈ। 80% ਮਸ਼ਹੂਰ ਕਿਤਾਬਾਂ ਨੂੰ ਲਿਖਣ ਵਾਲੇ ਉਹੀ 20% ਲੇਖਕ ਹੁੰਦੇ ਹਨ। ਸਾਡੇ ਪੁਰਾਣੇ ਵੀਡੀਓਜ਼ ਦੇ ਟਾਈਮ ਮੈਨੇਜਮੈਂਟ ਟੌਪਿਕ ਵਿੱਚ ਵੀ ਜੇਕਰ ਤੁਹਾਨੂੰ ਯਾਦ ਹੋਵੇ, ਕੁਆਡਰੈਂਟ 2 ਸਭ ਤੋਂ ਜ਼ਰੂਰੀ ਕੁਆਡਰੈਂਟ ਸੀਗਾ, ਜਿਸ ਵਿੱਚ 20% ਕੰਮ ਹੀ ਕਵਰ ਹੁੰਦੇ ਹਨ ਅਤੇ ਬਾਕੀ ਦੇ 80% ਕੰਮ ਕੁਆਡਰੈਂਟ 1, ਕੁਆਡਰੈਂਟ 3, ਕੁਆਡਰੈਂਟ 4 ਵਿੱਚ ਆਉਂਦੇ ਹਨ। ਤੁਸੀਂ ਉਹ ਟੌਪਿਕ ਦੁਬਾਰਾ ਵੇਖ ਸਕਦੇ ਹੋ। ਹੁਣ ਇਸ ਨਿਯਮ ਤੋਂ ਇਹ ਵੀ ਅੰਦਾਜ਼ਾ ਨਾ ਲਗਾਇਆ ਜਾਏ ਕਿ ਬਾਕੀ ਦੇ 80% ਕੰਮਾਂ ਨੂੰ ਕਰਨਾ ਹੀ ਬੰਦ ਕਰ ਦਈਏ, ਬਲਕਿ ਇਹ ਇੱਕ ਨਿਰੰਤਰ ਪ੍ਰੋਸੈਸ ਜਾਂ ਵਿਧੀ ਹੈ ਜਿਸ ਵਿੱਚ ਅਸੀਂ ਆਪਣੇ ਜ਼ਰੂਰੀ ਕੰਮਾਂ ਵੱਲ ਜ਼ਿਆਦਾ ਧਿਆਨ ਦਿੰਦੇ ਹਾਂ। ਜਾਪਾਨੀ ਵਪਾਰ ਦੀ ਪੱਧਤੀ ਵਿੱਚ ਇਸੇ ਨਿਰੰਤਰ ਸੁਧਾਰ ਨੂੰ ਕਾਈਜ਼ਨ ਦੇ ਨਾਂ ਤੋਂ ਪਛਾਣਿਆ ਜਾਂਦਾ ਹੈ। ਅੱਗੇ ਚੱਲ ਕੇ ਜੇਕਰ ਸਮਾਂ ਮਿਲਿਆ ਤਾਂ ਅਸੀਂ ਜਾਪਾਨੀ ਪੱਧਤੀ ਕਾਈਜ਼ਨ ਦੀਆਂ ਵਿਚਾਰਾਂ ਵੀ ਇਹਨਾਂ ਸੀਰੀਜ਼ ਵਿੱਚ ਸਾਂਝ ਕਰਾਂਗੇ। ਹੁਣ ਵਪਾਰ ਦੀ ਦੁਨੀਆ ਵਿੱਚ ਵੀ ਜੇਕਰ ਅਸੀਂ ਨਜ਼ਰ ਪਾਈਏ ਤੇ ਸਾਨੂੰ ਸਮਝ ਆਵੇਗਾ ਕਿ ਸਿਰਫ 20% ਕਸਟਮਰ ਜਾਂ ਗ੍ਰਾਹਕ ਸਾਨੂੰ 80% ਮੁਨਾਫਾ ਦਿੰਦੇ ਹਨ। ਅਸੀਂ ਦੇਖ ਸਕਦੇ ਹਾਂ ਕਿ ਮਲਟੀਨੈਸ਼ਨਲ ਕੰਪਨੀਆਂ ਦੇ ਵਿੱਚ ਕੀਤੇ ਜਾਣ ਵਾਲੀਆਂ ਮੀਟਿੰਗਸ ਜਾਂ ਕਿ ਮੁਲਾਕਾਤਾਂ ਵਿੱਚੋਂ ਸਿਰਫ 20% ਕਾਰਗਰ ਹੁੰਦੀਆਂ ਹਨ ਔਰ ਉਹਨਾਂ ਚੋਂ ਹੀ 80% ਪੁਖਤਾ ਫੈਸਲੇ ਨਿਕਲਦੇ ਹਨ। ਹਾਰਵਰਡ ਬਿਜ਼ਨਸ ਰਿਵਿਊ ਦੇ ਇੱਕ ਆਰਟੀਕਲ ਯਾਨੀ ਲੇਖ ਦੇ ਮੁਤਾਬਿਕ ਉਹ ਇਹਨਾਂ ਮੀਟਿੰਗਸ ਨੂੰ ਕਲਚਰਲ ਟੈਕਸ ਦੀ ਤਸ਼ਬੀਹ ਦਿੰਦੇ ਹਨ। ਸੇਲਜ਼ ਐਨਾਲਿਸਿਸ ਜਾਂ ਕਿ ਵਿਕਰੀ ਦਾ ਵਿਸ਼ਲੇਸ਼ਣ ਵੀ ਜੇਕਰ ਕੀਤਾ ਜਾਵੇ ਤਾਂ ਅਸੀਂ ਵੇਖਾਂਗੇ ਕਿ ਸਿਰਫ 20% ਪ੍ਰੋਡਕਟਸ ਜਾਂ ਉਤਪਾਦ ਐਸਾ ਹੁੰਦਾ ਹੈ ਜਿਹੜਾ 80% ਪ੍ਰੋਫਿਟ ਜਾਂ ਮੁਨਾਫਾ ਦਿੰਦਾ ਹੈ। ਆਪਣੇ ਉਤਪਾਦ ਦੀ ਮਸ਼ਹੂਰੀ ਦੇ ਲਈ ਜਿਹੜੇ ਤਰੀਕੇ ਇਸਤੇਮਾਲ ਕੀਤੇ ਜਾਂਦੇ ਹਨ, ਚਾਹੇ ਸੋਸ਼ਲ ਮੀਡੀਆ ਤੇ ਜਾਂ ਦੂਸਰੇ ਸਾਧਨ ਹੋਣ, ਇਹਨਾਂ ਚੋਂ ਵੀ ਸਿਰਫ 20% ਤਰੀਕੇ ਹੀ ਕਾਰਗਰ ਹੁੰਦੇ ਹਨ। ਜੇਕਰ ਤੁਸੀਂ ਕੋਈ ਦੁਕਾਨ ਚਲਾਉਂਦੇ ਹੋ ਤਾਂ ਉਸ ਦੀ ਇਨਵੈਂਟਰੀ ਜਾਂ ਕਿ ਸੂਚੀ ਨੂੰ ਵਿਚਾਰਦਿਆਂ ਵੀ ਤੁਹਾਨੂੰ ਇਸ ਤਰ੍ਹਾਂ ਦੇ ਨਤੀਜੇ ਹੀ ਦਿਖਣਗੇ। ਆਪਣੇ ਰੋਜ਼ਮਰਰਾ ਦੀ ਜ਼ਿੰਦਗੀ ਵਿੱਚ ਅਸੀਂ ਕਈ ਵਾਰ ਬਹੁਤ ਸਾਰੇ ਦੋਸਤ ਬਣਾਉਂਦੇ ਹਾਂ, ਪਰ ਖਾਸ ਦੋਸਤ ਜਿਹੜੇ ਸਾਨੂੰ ਖੁਸ਼ੀ ਪਹੁੰਚਾਉਣ ਜਾਂ ਕਿ ਲੋੜ ਵੇਲੇ ਸਾਡੇ ਸਹਾਇਕ ਹੋਣ, ਉਹ ਵੀ 20 ਅਤੇ 80 ਦੇ ਅਨੁਪਾਤ ਵਿੱਚ ਹੀ ਨਜ਼ਰ ਆਉਂਦੇ ਹਨ।
ਆਪਣੇ ਪਰਿਵਾਰ ਵਿੱਚ ਵਿਚਰਦਿਆਂ ਅਸੀਂ ਇਹ ਮਹਿਸੂਸ ਕਰਾਂਗੇ ਕਿ ਸਭ ਦੀਆਂ ਉਮੀਦਾਂ ਸਾਡੇ ਤੋਂ ਵੱਖੋ ਵੱਖਰੀਆਂ ਹੁੰਦੀਆਂ ਹਨ, ਪਰ ਅਸੀਂ ਉਹਨਾਂ ਨੂੰ ਸਹੀ ਤਰੀਕੇ ਨਾਲ ਨਹੀਂ ਨਿਭਾ ਪਾਉਂਦੇ ਹਾਂ ਔਰ ਪਰਿਣਾਮ ਸਰੂਪ ਉਹ ਸਾਡੇ ਤੋਂ 20 ਔਰ 80 ਦੇ ਅਨੁਪਾਤ ਵਿੱਚ ਖੁਸ਼ ਅਤੇ ਸ਼ਿਕਾਇਤੀ ਰਹਿੰਦੇ ਹਨ। ਉਦਾਹਰਨ ਦੇ ਲਈ, ਜੇਕਰ ਅਸੀਂ ਆਪਣੇ ਪਾਰਟਨਰ ਨਾਲ 1 ਘੰਟਾ ਬਿਤਾ ਵੀ ਦਈਏ ਜਿਸ ਵਿੱਚੋਂ ਅਸੀਂ 45 ਮਿੰਟ ਮੋਬਾਈਲ ਵਿੱਚ ਹੀ ਗਵਾਚੇ ਰਹੀਏ ਤਾਂ ਉਹਨਾਂ ਦੀ ਸ਼ਿਕਾਇਤ ਦਾ ਪੱਖ ਪ੍ਰੂਵ ਜਾਂ ਕਿ ਪ੍ਰਮਾਣਿਤ ਹੋ ਜਾਂਦਾ ਹੈ। ਪਰ ਜਿਉਂ-ਜਿਉਂ ਅਸੀਂ ਉਹਨਾਂ ਦੀ ਜ਼ਰੂਰਤ ਨੂੰ ਸਮਝਦੇ ਹਾਂ, ਆਪਣੇ ਸਮੇਂ ਦੀ ਸੁਚਾਰੂ ਵਰਤੋਂ ਕਰਦੇ ਹਾਂ, ਅਸੀਂ ਇਸ ਅਨੁਪਾਤ ਨੂੰ ਵਿਪਰੀਤ ਵੀ ਕਰ ਸਕਦੇ ਹਾਂ। ਪੜ੍ਹਾਈ ਕਰਨ ਵਾਲੇ ਬੱਚਿਆਂ ਦੇ ਲਈ ਵੀ ਇਹ ਅਨੁਪਾਤ ਸਹਾਇਕ ਹੋ ਸਕਦਾ ਹੈ। ਕਈ ਵਾਰ ਬੱਚੇ ਸਾਰੀ ਦੀ ਸਾਰੀ ਕਿਤਾਬ ਨੂੰ ਯਾਦ ਕਰਨ ਵਿੱਚ ਲੱਗ ਜਾਂਦੇ ਹਨ, ਜਦੋਂ ਕਿ ਚੋਣਵੇਂ ਤਰੀਕੇ ਨਾਲ ਪੜ੍ਹਾਈ ਕੀਤਿਆਂ ਜ਼ਿਆਦਾ ਚੰਗੇ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ, ਖਾਸ ਕਰ ਜਦੋਂ ਕੰਪੀਟੀਟਿਵ ਜਾਂ ਕਿ ਮੁਕਾਬਲੇ ਵਾਲੇ ਐਗਜ਼ਾਮ ਦੀ ਤਿਆਰੀ ਕੀਤੀ ਜਾਵੇ। ਇੱਕ ਟੀਮ ਪ੍ਰੋਜੈਕਟ ਦੇ ਵਿੱਚ ਕੰਮ ਕਰਦਿਆਂ ਵੀ ਇਹ ਦਿਖਦਾ ਹੈ ਕਿ 20% ਲੋਕ ਹੀ ਪੂਰੇ ਪ੍ਰੋਜੈਕਟ ਦੀ 80% ਪਰਿਣਾਮ ਦੇ ਲਈ ਜ਼ਿੰਮੇਦਾਰ ਹੁੰਦੇ ਹਨ। ਅਸੀਂ ਇਸ ਤਰ੍ਹਾਂ ਦੇ ਹਜ਼ਾਰਾਂ ਉਦਾਹਰਣ ਵਿਚਾਰ ਸਕਦੇ ਹਾਂ ਔਰ ਉਹਨਾਂ ਵਿੱਚ ਸਾਨੂੰ ਇਹੋ ਜਿਹੇ ਨਤੀਜੇ ਦਿਖ ਸਕਦੇ ਹਨ। ਪਰ ਜ਼ਰੂਰੀ ਇਹ ਹੈ ਕਿ ਅਸੀਂ ਆਪਣੇ ਸਮੇਂ ਔਰ ਰਿਸੋਰਸਿਸ ਯਾਨੀ ਸਾਧਨਾਂ ਨੂੰ ਸਹੀ ਵਰਤੋਂ ਵਿੱਚ ਲਿਆ ਕੇ ਚੰਗੇ ਨਤੀਜੇ ਪ੍ਰਾਪਤ ਕਰੀਏ। ਤੁਸੀਂ ਅੱਜ ਹੀ ਸ਼ੁਰੂਆਤ ਕਰ ਸਕਦੇ ਹੋ ਆਪਣੇ ਪਰਿਵਾਰ ਦੇ ਨਾਲ ਸਮੇਂ ਦੀ ਸਹੀ ਵਰਤੋਂ ਕਰਨ ਨਾਲ। ਆਪਣੇ ਮੋਬਾਈਲ ਦੇ ਵਿੱਚੋਂ ਇਸਤੇਮਾਲ ਨਾ ਹੋਣ ਵਾਲੇ ਐਪਸ ਨੂੰ ਡਿਲੀਟ ਕਰਕੇ, ਆਪਣੇ ਕੱਪੜਿਆਂ ਉੱਤੇ ਫਿਜ਼ੂਲ ਤੇ ਕੀਤੇ ਜਾਣ ਵਾਲੇ ਖਰਚੇ ਨੂੰ ਘਟਾ ਕੇ, ਬੱਚਿਆਂ ਦੇ ਲਈ ਜਿਹੜੇ ਖਿਡੌਣਿਆਂ ਦੇ ਕਮਰੇ ਬਣਾਏ ਜਾਂਦੇ ਹਨ ਉਹਨਾਂ ਵਿੱਚੋਂ ਕੁਝ ਕੁ ਚੁਣਿੰਦਾ ਖਿਡੌਣੇ ਹੀ ਉਹਨਾਂ ਦੇ ਦਿਮਾਗ ਅਤੇ ਸਰੀਰ ਦੀ ਪ੍ਰਗਤੀ ਦੇ ਲਈ ਸਹਾਇਕ ਹੁੰਦੇ ਹਨ। ਆਪਣੇ ਸਮੇਂ ਨੂੰ ਅਧਿਆਤਮਕ ਰਾਹ ਵਿੱਚ ਲਗਾਉਂਦਿਆਂ, ਕਰਮਾਂ ਕਾਂਡਾਂ ਅਤੇ ਵਹਿਮਾਂ ਭਰਮਾਂ ਦੀ ਪੂਰਤੀ ਵਿੱਚ ਸਮਾਂ ਬਰਬਾਦ ਨਾ ਕਰਦਿਆਂ, ਗ੍ਰੰਥਾਂ ਦਾ ਅਤੇ ਉੱਚੇ ਸੁੱਚੇ ਸ਼ਾਸਤਰਾਂ ਦਾ ਅਧਿਐਨ ਵਿੱਚ ਸਮਾਂ ਲਗਾ ਸਕਦੇ ਹਾਂ। ਜ਼ਿੰਦਗੀ ਵਿੱਚ ਸਮਾਂ ਜਾਂ ਕਿ ਸਵਾਸ ਸਭ ਤੋਂ ਅਨਮੋਲਕ ਵਸਤੂ ਹੈ, ਉਸ ਨੂੰ ਚੰਗੇ ਕੰਮਾਂ ਵਿੱਚ ਲਗਾਈਏ। ਗੁਰੂ ਸਾਹਿਬ ਦਾ ਉਪਦੇਸ਼ ਹੈ, ਛਿਣ ਛਿਣ ਔਦ ਵਿਹਾਦ ਹੈ, ਫੂਟੇ ਘਟ ਜਿਉ ਪਾਣੀ। ਇੱਕ ਟੁੱਟੇ ਘੜੇ ਦੇ ਨਿਆਈ ਸਮਾਂ ਗੁਜ਼ਰਦਾ ਜਾ ਰਿਹਾ ਹੈ, ਉਸ ਵਿੱਚ ਪੂਰਨ ਲਾਹਾ ਖੱਟਣ ਦੇ ਵੱਲ ਸੁਚੇਤ ਹੋਈਏ। ਕੋਈ ਵੀ ਵਿਚਾਰ ਜਿਹੜਾ ਸਾਨੂੰ ਆਪਣੇ ਆਪ ਦੀ ਸੋਝੀ ਕਰਾਵੇ ਉਹ ਜ਼ਿੰਦਗੀ ਵਿੱਚ ਸਹਾਇਕ ਹੁੰਦਾ ਹੈ। ਇੱਕ ਮੀਡੀਓਕ੍ਰਿਟੀ ਜਾਂ ਦਰਮਿਆਨੀ ਜਿਹੀ ਜ਼ਿੰਦਗੀ ਤੋਂ ਉੱਤੇ ਉੱਠ ਕੇ ਆਪਣੇ ਆਪ ਨੂੰ ਇਫੈਕਟਿਵ ਜਾਂ ਕਿ ਕਾਰਗਰ ਜੀਵਨ ਸ਼ੈਲੀ ਵੱਲ ਅਗਰਸਰ ਕਰੀਏ। ਮੈਨੂੰ ਕਮੈਂਟ ਕਰਕੇ ਦੱਸੋ ਕਿ ਤੁਸੀਂ 20 ਅਤੇ 80 ਦੇ ਵਿਚਾਰ ਨੂੰ ਆਪਣੀ ਜ਼ਿੰਦਗੀ ਵਿੱਚ ਇਸਤੇਮਾਲ ਕਰਦਿਆਂ ਕਿਸ ਤਰੀਕੇ ਨਾਲ ਲਾਹਾ ਖੱਟੋਗੇ। ਜ਼ਿੰਦਗੀ ਵਿੱਚ ਹਮੇਸ਼ਾ ਸਿੱਖਣ ਦੇ ਜਜ਼ਬੇ ਨਾਲ ਜਿਉਂਦਿਆਂ ਆਪਣੀ ਜ਼ਿੰਦਗੀ ਵਿੱਚ ਮਿਲੇ ਸਵਾਸਾਂ ਨੂੰ ਚੰਗੇ ਲੇਖੇ ਲਾ ਸਕਦੇ ਹਾਂ। ਮੇਰਾ ਨਾਮ ਸਤਿੰਦਰ ਸਿੰਘ ਹੈ ਤੇ ਮੈਂ ਆਪਣੇ ਇਸ ਸਿੰਘ ਵਿਜ਼ਡਮ YouTube ਚੈਨਲ ਔਰ Facebook ਪੇਜ ਉੱਤੇ ਬੱਚਿਆਂ ਤੋਂ ਲੈ ਕੇ ਯੰਗਸਟਰਸ ਅਤੇ ਪ੍ਰੋਫੈਸ਼ਨਲਸ ਦੇ ਲਈ ਇਹੋ ਜਿਹੇ ਮੋਟੀਵੇਸ਼ਨਲ ਔਰ ਇਨਸਪੀਰੇਸ਼ਨਲ ਸੀਰੀਜ਼ ਨੂੰ ਪੰਜਾਬੀ ਭਾਸ਼ਾ ਦੇ ਵਿੱਚ ਬਣਾ ਕੇ ਸਾਂਝ ਕਰਦਾ ਹਾਂ। ਜੇਕਰ ਤੁਸੀਂ ਮੈਨੂੰ ਇਹਨਾਂ ਵੀਡੀਓਜ਼ ਦੇ ਲਈ ਕੋਈ ਸਲਾਹ ਜਾਂ ਮਸ਼ਵਰਾ ਦੇਣਾ ਚਾਹੁੰਦੇ ਹੋ ਜਾਂ ਫੀਡਬੈਕ ਦੇਣਾ ਚਾਹੁੰਦੇ ਹੋ ਤੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜਾਂ ਕਮੈਂਟ ਕਰ ਸਕਦੇ ਹੋ। ਮੈਨੂੰ ਉਮੀਦ ਹੈ ਕਿ ਆਪ ਜੀ ਨੂੰ ਇਹ ਵੀਡੀਓਜ਼ ਪਸੰਦ ਆ ਰਹੇ ਹੋਣਗੇ ਅਤੇ ਅੱਗੇ ਆਉਣ ਵਾਲੀ ਸੀਰੀਜ਼ ਨੂੰ ਵੀ ਆਪ ਜੀ ਇਸੇ ਤਰੀਕੇ ਨਾਲ ਫੋਲੋ ਕਰਦੇ ਰਹੋਗੇ। ਥੈਂਕਸ ਫॉर ਵਾਚਿੰਗ। ਬਾਏ।